ਵਾਹਿਗੁਰੂ ਜੀ। ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨ ਹੋਵਈ, ਜੇ ਲਾਏ ਰਹਾ ਲਿਵਤਾਰ। ਭੁੱਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆ ਭਾਰ। ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਕਥਾ ਸ਼ਰਵਣ ਕਰ ਰਹੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਲਾਲ ਗੁਰਸਿੱਖ ਪਿਆਰੇ, ਆਹੋ ਸੰਤ ਪਿਆਰਿਓ। ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ। ਮਹਾਰਾਜ ਦੀ ਅਕਥ ਕਹਾਣੀ ਗੁਰ ਸ਼ਬਦ ਦੁਆਰਾ ਜੋ ਨਿਰੰਕਾਰ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਜੀ ਰੂਪ ਹੋ ਕੇ ਸੰਸਾਰ ਤੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ ਦੀ ਦਾਤ ਬਖਸ਼ਿਸ਼ ਕੀਤੀ ਹੈ ਮਹਾਰਾਜ ਨੇ। ਸੋ ਕੱਲ ਸ੍ਰੀ ਜਪਜੀ ਸਾਹਿਬ ਦੀ ਕਥਾ ਪ੍ਰਾਰੰਭ ਹੋਈ ਸੀ। ਮੂਲ ਮੰਤਰ ਦਾ ਸੂਖਮ ਰੂਪ ਦੇ ਵਿੱਚ ਵਿਚਾਰ ਸ਼ਰਵਣ ਕੀਤੇ ਸਨ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਕੁੱਲ 60 ਅੱਖਰ ਹੁਣ ਤੱਕ ਆਪਾਂ ਸ਼ਰਵਣ ਕੀਤੇ ਹਨ। 4983 ਅੱਖਰ ਹਨ ਸ੍ਰੀ ਜਪਜੀ ਸਾਹਿਬ ਦੇ, 4983 ਹੀ ਲਗਾ ਮਾਤਰਾ ਹਨ। ਸੋ ਸਤਿਗੁਰੂ ਮਹਾਰਾਜ ਦੀ ਇਹ ਕਥਾ ਸ੍ਰੀ ਜਪਜੀ ਸਾਹਿਬ ਪਹਿਲਾਂ ਬਹੁਤ ਜ਼ਿਆਦਾ ਡੂੰਘਾਈ ਵਿੱਚ ਸੰਗਤ ਸ਼ਰਵਣ ਕਰ ਚੁੱਕੀ ਹੈ ਸੀਡੀਜ਼ ਦੇ ਵਿੱਚ। ਹੁਣ ਸਿਰਫ ਉਤਨੇ ਕੀ ਹੀ ਅਰਥ ਹੋਣਗੇ ਜਿੰਨਾ ਕੁ ਪ੍ਰੇਮੀ ਜਨ ਹਰ ਰੋਜ਼ ਜਪਜੀ ਸਾਹਿਬ ਨੂੰ ਸੁਣਦਿਆਂ ਨਾਲ ਨਾਲ ਵਿਚਾਰ ਸਕਣ। ਇੰਨੇ ਵੀ ਘੱਟ ਅਰਥ ਨਹੀਂ ਹੋਣਗੇ ਕਿ ਬਿਲਕੁਲ ਹੀ ਥੋੜੇ ਹੋਣਗੇ। ਥੋੜਾ ਬਹੁਤ ਅੰਤਰੀਵ ਭਾਵ ਜ਼ਰੂਰ ਨਾਲ ਸੁਣਨਾ ਪਵੇਗਾ, ਕਿਉਂਕਿ ਕਿਸੇ ਵੀ ਬਚਨ ਨੂੰ ਜਦੋਂ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਅੰਤਰੀ ਭਾਵ ਵੀ ਕਈ ਵਾਰ ਆਉਂਦੇ ਹਨ, ਗੋਝ ਭੇਦ ਕਹਿਣ ਦਾ ਤਰੀਕਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੂੰ ਸਿੱਧਾਂ ਨੇ ਹੁਣ ਪ੍ਰਸ਼ਨ ਜਿਹੜੇ ਕੀਤੇ ਨੇ, 7 ਪ੍ਰਸ਼ਨ ਹਨ। ਉਸ ਪਰਮਾਤਮਾ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ? ਇੱਕ ਤਾਂ ਪਹਿਲਾ ਦੁਨੀਆ ਇਹ ਕਰਦੀ ਹੈ ਕਿ ਪਵਿੱਤਰਤਾ ਰੱਖਦੀ ਬਹੁਤ ਜ਼ਿਆਦਾ। ਇੱਕ ਉਹ ਲੋਕ ਨੇ ਜਿਹੜੇ ਦੁਨੀਆ ਦੇ ਅੰਦਰ ਅਪਰਸ ਕਹਾਉਂਦੇ ਨੇ। ਸ੍ਰੀ ਸੁਖਮਨੀ ਸਾਹਿਬ ਵਿੱਚ ਇਹ 7 ਹੀ ਅਵਸਥਾ ਕਥਨ ਕੀਤੀਆਂ ਮਹਾਰਾਜ ਨੇ। ਜਿੱਥੇ ਮਹਾਰਾਜ ਨੇ ਬਚਨ ਕੀਤੇ ਨੇ ਅਪਰਸ ਦੇ, ਪਰਤਰੈ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਉੱਥੇ ਸਮਝਾਇਆ ਅਪਰਸ ਕਿਵੇਂ ਰਹਿਣਾ। ਹੋਰ ਬਹੁਤ ਸਾਰੀਆਂ ਮਹਾਰਾਜ ਨੇ ਪੌੜੀਆਂ ਦੇ ਅੰਦਰ ਵਿਆਖਿਆ ਕੀਤੀ ਹੈ। ਪਹਿਲਾ ਕਰਮ ਹੈ ਪਵਿੱਤਰ ਰਹਿਣ ਨਾਲ ਪ੍ਰਾਪਤੀ ਹੁੰਦੀ ਹੈ ਕਿ ਨਹੀਂ। ਕੀ ਪਰਮੇਸ਼ਰ ਦੀ ਪ੍ਰਾਪਤੀ ਵਿਚਾਰਾਂ ਕਰਨ ਦੇ ਨਾਲ ਹੋ ਜਾਂਦੀ ਹੈ? ਤੀਸਰਾ ਪ੍ਰਸ਼ਨ, ਕੀ ਪਰਮੇਸ਼ਰ ਦਾ ਚਿੰਤਨ ਜੇ ਕਰੀਏ ਤਾਂ ਪ੍ਰਾਪਤੀ ਹੋ ਜਾਂਦੀ ਹੈ? ਵਿਰਾਗ ਧਾਰਨ ਨਾਲ ਪ੍ਰਾਪਤੀ ਹੋ ਜਾਂਦੀ ਹੈ ਕਿ ਜਾਂ ਚੁੱਪ ਰਹਿਣ ਨਾਲ ਕਿ ਮੌਨ ਰੱਖਣ ਨਾਲ ਪ੍ਰਾਪਤੀ ਹੋ ਜਾਂਦੀ ਹੈ, ਕਿ ਜਾਂ ਫਿਰ ਵਰਤ ਆਦਿਕ ਰੱਖਣੇ, ਰੋਟੀ ਛੱਡ ਦੇਣੀ, ਪੱਤੇ ਖਾ ਕੇ ਗੁਜ਼ਾਰਾ ਕਰਨਾ, ਭੁੱਖੇ ਰਹਿਣ ਨਾਲ ਪ੍ਰਾਪਤੀ ਹੋ ਜਾਂਦੀ ਹੈ, ਕਿ ਜਾਂ ਫਿਰ ਬੰਦੇ ਕੋਲ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਹੋਣ, ਕਿ ਉਹਨਾਂ ਨਾਲ ਪ੍ਰਾਪਤੀ ਹੋ ਜਾਂਦੀ ਹੈ। ਹੁਣ ਆਪਣੀ ਇਨਸਾਨੀ ਬੁੱਧੀ ਦੇ ਮੁਤਾਬਕ ਸਿੱਧਾਂ ਨੇ ਪ੍ਰਸ਼ਨ ਕੀਤੇ ਹਨ, ਅਸਲੀਅਤ ਇਹਦੇ ਵਿੱਚ ਨਹੀਂ ਆਈ।
ਅਸਲੀਅਤ ਜਿਹੜੀ ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਦੱਸਣੀ ਹੈ ਕਿ ਅਸਲ ਵਿੱਚ ਪ੍ਰਾਪਤੀ ਜਿਹੜੀ ਹੁੰਦੀ ਹੈ, ਪ੍ਰਾਪਤੀ ਵਾਹਿਗੁਰੂ ਦੇ ਅਨੁਸਾਰੀ ਹੋ ਕੇ ਚੱਲਣ ਵਿੱਚ ਹੁੰਦੀ ਹੈ। ਹੁਕਮ ਹੈ ਰਜਾਈ ਚੱਲਣਾ। ਰਜਾਈ ਜੋ ਆਗਿਆ ਦੇ ਕਰਨ ਵਾਲਾ ਪਰਮਾਤਮਾ, ਉਹਦੇ ਹੁਕਮ ਦੇ ਵਿੱਚ ਚੱਲਣਾ। ਭਾਈ ਨਾਨਕ ਲਿਖਿਆ ਨਾਲ ਹੈ। ਜਿਹੜਾ ਹੁਕਮ ਹਰੇਕ ਦੇ ਮਸਤਕ ਦੇ ਉੱਤੇ ਨਾਲ ਹੀ ਹਰੇਕ ਦੇ ਕਰਮ ਲਿਖੇ ਹੁੰਦੇ ਨੇ। ਜੇ ਇਨਸਾਨ ਆਪਣੇ ਉਹਨਾਂ ਲਿਖੇ ਹੋਏ ਕਰਮਾਂ ਨੂੰ ਸਮਝ ਲਵੇ, ਜਦੋਂ ਘਾਟਾ ਪਿਆ ਤਾਂ ਵੀ ਇਹ ਲੇਖ ਹੈ, ਜਦੋਂ ਵਾਧਾ ਹੋਇਆ ਤਾਂ ਵੀ ਉਹ ਲੇਖ ਹੈ, ਜਦੋਂ ਕੋਈ ਕਸ਼ਟ ਆਇਆ ਤਾਂ ਵੀ ਉਹ ਲੇਖ ਲਿਖਿਆ ਹੀ ਹੋਇਆ ਮਸਤਕ ਤੇ। ਸੋ ਲਿਖੇ ਹੋਏ ਲੇਖਾਂ ਦੇ ਅਨੁਸਾਰ ਜੀਵ ਸੰਸਾਰ ਦੇ ਅੰਦਰ ਵਿਚਰਦੇ ਨੇ। ਮਹਾਰਾਜ ਫਰਮਾਉਂਦੇ ਨੇ, ਰੇ ਮਨ ਲੇਖੈ ਚਾਲੈ, ਲੇਖੈ ਬੈਸੈ, ਲੇਖੈ ਲੈਂਦਾ ਸਾਹਾ। ਕਿਉਂਕਿ ਮਨੁੱਖ ਜਿੰਨਾ ਤੁਰਦਾ ਵੀ ਹੈ, ਇਹ ਵੀ ਲਿਖਿਆ ਹੋਇਆ, ਇੰਨੇ ਕਦਮ ਤੁਰਨਾ ਹੈ, ਇੰਨਾ ਚਿਰ ਇਹਨੇ ਬੈਠਣਾ ਹੈ ਇੱਥੇ, ਇੰਨਾ ਚਿਰ ਇਹਨੇ ਸਾਹ ਲੈਣੇ ਨੇ। ਇਹ ਬੜੀਆਂ ਡੂੰਘੀਆਂ ਚੀਜ਼ਾਂ ਨੇ। ਵਿਚਾਰ ਕੇ ਦੇਖੀਏ, ਇਹਨਾਂ ਗੱਲਾਂ ਦੇ ਅੰਦਰ ਜੇ ਚੱਲ ਪਈਏ, ਫਿਰ ਆਪਾਂ ਨੂੰ ਨਾ ਤਾਂ ਗੁੱਸਾ ਆਵੇਗਾ ਕਿਸੇ ਤੇ, ਨਾ ਹੀ ਹਉਮੈ ਹੋਵੇਗੀ। ਜੋ ਕਰਾਉਣਾ ਸੋ ਕਰਮ ਪਰਮਾਤਮਾ ਨੇ। ਮਹਾਰਾਜ ਕਹਿੰਦੇ ਨੇ, ਉਹਦੇ ਹੁਕਮ ਨੂੰ ਬੁੱਝ ਲਈਏ ਤੇ ਹੁਕਮ ਅਨੁਸਾਰ ਹੋ ਕੇ ਚੱਲ ਪਈਏ ਤਾਂ ਫਿਰ ਇਨਸਾਨ ਨੂੰ ਕਿਸੇ ਉੱਤੇ ਗੁੱਸਾ ਨਹੀਂ ਆਉਂਦਾ। ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸੋ ਮਹਾਰਾਜ ਫਰਮਾਉਂਦੇ ਹਨ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੱਚੇ ਨੂੰ ਸਿਹਾਰੀ, ਸੋਚੇ ਭਾਵ ਪਵਿੱਤਰਤਾ। ਬਾਹਰੋਂ ਜਿਹੜੀ ਸਰੀਰਕ ਪਵਿੱਤਰਤਾ ਕਰਨ ਨਾਲ ਪਰਮੇਸ਼ਰ ਸੰਬੰਧੀ ਜਿਹੜੀ ਪਵਿੱਤਰਤਾ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਬਾਹਰਲੀ ਪਵਿੱਤਰਤਾ ਤੇ ਅੰਦਰਲੀ ਪਵਿੱਤਰਤਾ ਦਾ ਫਰਕ ਹੈ। ਜੇ ਭਾਵੇਂ ਬਾਹਰਲੀ ਪਵਿੱਤਰਤਾ ਲੱਖਾਂ ਵੇਰੀ ਕਰਦਾ ਰਹੇ, ਜੇ ਸੋਚੀ ਲੱਖ ਵਾਰ। ਮਹਾਰਾਜ ਕਹਿੰਦੇ, ਇਹ ਸਰੀਰ ਨੂੰ ਕਿੰਨਾ ਹੀ ਤੁਸੀਂ ਧੋ ਲਓਗੇ, ਕਿੰਨਾ ਹੀ ਧੋ ਲਓਗੇ, ਇਹ ਫੇਰ ਅਪਵਿੱਤਰ ਹੀ ਹੁੰਦਾ। ਬਾਹਰ ਧੋਤੀ ਤੁੰਬੜੀ, ਅੰਦਰ ਵਿਸ ਨਿਕੋਰ। ਬਾਹਰੋਂ ਜਿੰਨਾ ਮਰਜ਼ੀ ਆਪਾਂ ਇਸ਼ਨਾਨ ਕਰਦੇ ਹਾਂ, ਪਰ ਸਤਿਗੁਰੂ ਨੇ ਇਸ ਚੀਜ਼ ਦਾ ਖੁਲਾਸਾ ਕੀਤਾ, ਕਰ ਇਸ਼ਨਾਨ। ਇੰਨੇ ਨਾਲ ਗੱਲ ਨਹੀਂ ਬਣਨੀ, ਸਿਮਰ ਪ੍ਰਭ ਆਪਣਾ। ਇਸ਼ਨਾਨ ਨਾਲ ਮਨ ਪਵਿੱਤਰ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ, ਬਾਣੀ ਪੜ੍ਹਨ ਨਾਲ ਮਨ ਪਵਿੱਤਰ ਹੁੰਦਾ, ਸਿਮਰਨ ਕਰਨ ਨਾਲ ਮਨ ਪਵਿੱਤਰ ਹੁੰਦਾ। ਮਨ ਤਨ ਭਏ ਅਰੋਗਾ। ਤਨ ਅਰੋਗ ਹੁੰਦਾ ਇਸ਼ਨਾਨ ਕਰਨ ਨਾਲ, ਤੇ ਮਨ ਹੁੰਦਾ ਬਾਣੀ ਦੇ ਨਾਲ। ਸੋ ਇਸ ਕਰਕੇ ਲੱਖਾਂ ਵਾਰੀ ਵੀ ਜੇ ਸੋਚੀ ਜਾਈਏ ਜਾਂ ਪਵਿੱਤਰਤਾ ਕਰ ਲਈਏ ਸਰੀਰ ਦੀ, ਮਹਾਰਾਜ ਕਹਿੰਦੇ, ਤਨ ਧੋਤਾ ਮਨ ਹੱਛਾ ਨਾ ਹੋਏ। ਸਰੀਰ ਧੋਣ ਨਾਲ ਇਕੱਲਾ ਜੇ ਮਨ ਹੱਛਾ ਹੁੰਦਾ, ਲੋਕੀ 12-12 ਸਾਲ ਪਾਣੀ ਵਿੱਚ ਖੜਦੇ ਨੇ, ਫਿਰ ਤਾਂ ਉਹ ਸਭ ਤੋਂ ਜ਼ਿਆਦਾ ਪਵਿੱਤਰ ਹੋ ਜਾਂਦੇ। ਫਿਰ ਤਾਂ ਪਾਣੀ ਵਿੱਚ ਰਹਿਣ ਵਾਲੀ 42 ਲੱਖ ਜੂਨ ਹੈ, ਉਹ ਸਾਰੀ ਪਵਿੱਤਰ ਮੰਨੀ ਜਾਂਦੀ। ਇਸ ਕਰਕੇ ਇੱਕ ਤਾਂ ਬਾਹਰਲੀ ਪਵਿੱਤਰਤਾ ਜਦ ਜ਼ਿਕਰ ਆਇਆ, ਦੂਸਰਾ ਇਹਦੇ ਵਿੱਚ ਅੰਤਰੀਵ ਭਾਵ ਆਇਆ। ਬਾਹਰੋਂ ਜਿਹੜੀ ਹੈ ਨਾ, ਸੋਚਿਆ ਤੋਂ ਭਾਵ ਵਿਚਾਰ ਕਰਨ ਦੇ ਨਾਲ ਪਰਮੇਸ਼ਰ ਦੇ ਸੰਬੰਧ ਵਿੱਚ ਜਿਹੜੀ ਅੰਦਰ ਵਿਚਾਰ ਨਹੀਂ ਹੁੰਦੀ। ਜਦੋਂ ਤੱਕ ਅੰਤःਕਰਨ ਸ਼ੁੱਧ ਨਹੀਂ ਹੁੰਦਾ, ਜੇ ਭਾਵੇਂ ਬਾਹਰ ਹੁਣ ਕੋਈ ਕਰਦਾ ਹੈ, ਮਹਾਰਾਜ ਕਹਿੰਦੇ, ਕੋਈ ਗਾਵੈ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ, ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿਨਾਂ ਰੋਏ ਕਿਆ ਕੀਜੈ। ਬਾਹਰਲੇ ਬਹੁਤ ਸਾਰੇ ਲੋਕ ਵਿਚਾਰ ਦੀ ਗੱਲ ਹੈ ਕਿ ਗੁਰਾਂ ਨੇ ਜੋ ਕਿਹਾ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਬਾਹਰ ਆਪਾਂ ਕਿੰਨੇ ਪਾਠੀ ਦੇਖਦੇ ਹਾਂ, ਕਿੰਨੇ ਰਾਗੀ ਦੇਖਦੇ ਹਾਂ, ਕਿੰਨੇ ਬਾਣੀ ਪੜ੍ਹਨ ਵਾਲੇ ਲੋਕ ਦੇਖਦੇ ਹਾਂ। ਉਹ ਬਾਹਰਲੇ ਮੁੱਖ ਨਾਲ ਬੋਲ ਕੇ ਜਿਹੜਾ ਇੱਕ ਅੰਦਰ ਮੁੱਖ ਹੈ, ਮਨ ਸਾਚਾ ਮੁੱਖ ਸਾਚਾ ਸੋਏ। ਇਹ ਮਨ ਦੇ ਅੰਦਰ ਇੱਕ ਮੂੰਹ ਅੰਦਰ ਹੈ, ਇੱਕ ਮੂੰਹ ਬਾਹਰ ਹੈ। ਆਪਾਂ ਬਾਹਰਲੇ ਮੂੰਹ ਨਾਲ ਤਾਂ ਵਾਹਿਗੁਰੂ ਕਿਹਾ, ਪਰ ਮਨ ਦੇ ਨਾਲ ਵਾਹਿਗੁਰੂ ਨਾ ਕਹਿਣ ਕਰਕੇ ਮਨ ਪਵਿੱਤਰ ਨਾ ਹੋਇਆ। ਸਤਿਗੁਰੂ ਜੀ ਕਹਿੰਦੇ, ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸਬਾਈਆ। ਕਹਿੰਦੇ, ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
इस तरह सतगुरु महाराज जी ने वचन किया कि बाहर जिहड़ा अंदर आत्म चिंतन करना है, चिंतन नहीं हुंदा बाहरले चिंतन नाल। बाहरला चिंतन किवें हुंदा? बाहर भावें आपां 12 घंटे अखां मीच के बैठे रहिए, ये बाहरला चिंतन है, पर मन दीयां अखां तो सारी दुनिया नूं फेर भी देख रहीआं, मन तो बाहर चलिया गया। देखण नूं महाराज कहंदे आंट सेती नाग पकड़ै ठगण को संसार, बग ज्यों लाए बहै नित ध्याना। बगले की तरह समाधि लाउण नाल कोई अंदर समाधि नहीं है। इस तरह दो दो चीज़ां हन, जे बाहरले साडे माता पिता वखरे ने जिन्हां तो आपां पैदा होए, बिंदी औलाद, नादी औलाद, नाद तो शब्द तो वाहिगुरू जी का खालसा वाहिगुरू जी की फतेह तो पैदा होए आपां, वो आपां कलगीधर महाराज की औलाद हां। इसे तरह सतगुरु नानक देव जी कहते मत माता पिता संतोख ये अंदर ने साडे, ये भी माता पिता ने साडे। एक सतगुरु ने कहा काल पुरख है पिता हमारा, दैव काल का मात हमारी, वो कुदरत नूं माता कहा। इस तरह जिंदगी अंदर आपां देखते हैं कि माता ते पिता का दर्जा किन्नियां कुं मिलिया। सतगुरु महाराज कहते ने बाहरले अखां बंद करके लोकां नूं चिंतन कर करके दिखाउणा, समाधियां लाउणियां, उहदे नाल अंदरली समाध नहीं लग सकदी। हुण एक हुंदा सोचना, विराग करना, विराग की गल सुन के घड़ी दी घड़ी विराग हुंदा, थोड़ा चिर विराग धारण करन नाल परमेश्वर संबंधी विराग की प्राप्ति नहीं हुंदी, भावें लखां वारी विराग धारण करके दिखावे, क्योंकि एक विराग साडे बाहर है, एक अंदर। महापुरख दस्या करते सी 9 तरह का विराग है। सब तो वड्डा विराग है तर तीबर तर तम बैराग, जो एक बार हो गया सो हो गया। कहते कई बारी कई जथे विच भी सिंह देखे सी महापुरख, कहते इन्हां ने जदों किसी ने चोला लेना हुंदा, मेरे कोलों कोई जुत्ती लैनी है, जिहड़ा फिर चोले का पाटिया पासा वो दिखा के कोल दी लंघी जाना, कदे इधर जाना, इधर भी चोला पुछ लैणगे आपे पाटिया होया। देखण वाला कहूगा बड़ा विरागी विचारा, त्यागी बड़ा। असल विच लोग विराग जां त्याग दिखावे दा इसलिए करदे कि लोग उहनूं कुछ माया दे देण, कुछ कपड़ा लीड़ा। महाराज ने पहली पंक्ति दे इन्ने जवाब दिते ने कि सोचै सोच न होवई जे सोची लख वार। ना तो बाहरली पवित्रता, ना बाहरली विचार, ना बाहरला चिंतन, ना बाहरला विराग, ये अंदर नहीं करते करन। इस करके आपां अंदर नूं समझीए। जदों तक अपना अंदरों नहीं ना आपां एक्टिवेट हुंदे, बाहर जिन्ना मर्जी तुसीं करी जाओ, बाहरली क्रिया नाल अंदरली क्रिया दा कोई फिर संबंध नहीं है। जदों भी करनी है बाहरली ते अंदरली क्रिया करनी है। बाहरों इशनान, अंदरों नाम, बाहरों विचार करके अंदर मन दे नाल विचार, बाहरला चिंतन ते अंदरला चिंतन इकट्ठा होवे। जे वैराग धारण कीता तो अंदरों भी नाल वैराग होवे। सो इस करके महाराज कहते ने ये पवित्रता जिहड़ी है किसी काम नहीं, बाहरली पवित्रता। कहण लगे महाराज जे हुण कोई बंदा मौनी हो जावे, मौन रख के बैठ जावे, किसी नाल गल ना करे, तो फिर तो प्राप्ति हो जाती होनी परमात्मा की। महाराज सच्चे पातशाह कहण लगे चुप चुप ना होवई। सतगुरु कहते बाहरों चुप करन नाल अंदरों मन तो नहीं चुप हुंदा। वॉल्यूम घटा दो किसी भी चीज़ का, अंदरों तो चल ही रहा वो, वॉल्यूम घटाउण नाल की हुंदा किसी चीज़ का। बंदे ने अपना वॉल्यूम बंद कर दिता, जुबान बंद कर लई, समाधि ला के बैठ गया। बड़े बड़े मौनी होए ने दुनिया ते, मौनी होए बैठा कांति हिरदै कल्पन गाठा। मौन धार के कोई बंदा बैठा, हजूर साहब की गल है, महापुरखों वेले की पुरानी गल है। महापुरख कहते असीं भी जान के मिलन चले गए उन्होंने, कहते महापुरुष तो छकदे ही कुछ नहीं, 24 घंटे च बोलते नहीं, कहते वो सलेट ते लिख के दिया करे लोगों को। महापुरख कहते जो आप कोई चीज़ लिखते हैं तो बोली तो जाती हुई है, अंदरों मन बोल जाता उन्होंने। सो इस तरह वो बंदा जिहड़ा सी पखंड करके दुनिया नूं लुट रहा सी। सतगुरु कहते बाहरों चुप करन नाल परमेश्वर संबंधी चुप प्राप्त नहीं हुंदी, एक वखरी चुप हुंदी अंदर, जदों सहज अवस्था विच चुप हो जाती है। किसी नाल बोलण नूं सचमुच जी नहीं करता,
ਜਦੋਂ ਅੰਦਰਲੀ ਚੁੱਪ ਹੁੰਦੀ ਹੈ, ਜਦੋਂ ਮਨ ਸ਼ਾਂਤ ਚਿੱਤ ਹੋ ਜਾਂਦਾ। ਸਤਿਗੁਰੂ ਕਹਿੰਦੇ ਜੇ ਜ਼ਬਾਨ ਬੰਦ ਰੱਖਣ ਨਾਲ ਮਨ ਚੁੱਪ ਹੁੰਦਾ, ਕਈ ਗੂੰਗੇ ਨੇ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ, ਫਿਰ ਤਾਂ ਉਹ ਬਾਹਰੋਂ ਚੁੱਪ ਹੀ ਰਹਿੰਦੇ ਵਿਚਾਰੇ। ਇਸ ਕਰਕੇ ਅੰਦਰੋਂ ਜਦ ਤੱਕ ਮਨ ਦੇ ਸੰਕਲਪ ਅਤੇ ਵਿਕਲਪ ਨਹੀਂ ਬੰਦ ਹੁੰਦੇ, ਉਦੋਂ ਤੱਕ ਮਨ ਨਹੀਂ ਟਿਕਦਾ। ਜੇ ਲਾਏ ਰਹਾ ਲਿਵ ਤਾਰ, ਭਾਵੇਂ ਲਿਵ ਤਾਰ ਹੁੰਦੀ ਤੇਲ ਧਾਰਾ ਵਾਂਗੂ ਇੱਕ ਰਸ ਬਿਰਤੀ ਲਗਾਉਂਦਾ ਰਹੇ। ਹੰਗਤਾ ਮਮਤਾ ਤੋਂ ਰਹਿਤ ਹੋਣਾ ਹੀ ਅਸਲ ਵਿੱਚ ਮੌਨ ਹੁੰਦਾ ਹੈ। ਪਰ ਜੇ ਬਾਹਰੋਂ ਇੱਕ ਰਸ ਬਿਰਤੀ ਲਾ ਕੇ ਬੈਠਾ, ਚੁੱਪ ਹੋ ਕੇ ਬੈਠਾ, ਕਹਿੰਦੇ 12-12 ਸਾਲ ਲੋਕਾਂ ਨੇ ਮੌਨ ਰੱਖਿਆ ਹੈ। ਪਰ ਇਹ ਪਤਾ ਨਹੀਂ ਮਨੁੱਖਾਂ ਦੇ ਵਿੱਚ ਕਈ ਆਦਤਾਂ ਹਨ ਜਿਹੜੀਆਂ ਆਪਣੀ ਬੁੱਧੀ ਕਰਕੇ ਹੀ ਹੋ ਜਾਂਦੀਆਂ, ਜਾਂ ਉਹਨਾਂ ਦੇ ਅੰਦਰ ਕੋਈ ਐਸੀ ਗੱਲ ਉਤਪੰਨ ਹੋ ਜਾਂਦੀ ਕਿ ਮੈਂ ਠੀਕ ਹਾਂ। ਇਨਸਾਨ ਇਹ ਸਮਝਦਾ ਕਿ ਮੈਂ ਜੋ ਕਰ ਰਿਹਾ ਠੀਕ ਹਾਂ। ਅਸਲ ਵਿੱਚ ਇਹ ਸਾਰੀ ਮਨਮੁਖਤਾਈ ਚੱਲ ਰਹੀ ਹੈ। ਐ ਬਾਹਰੋਂ ਸੋਚ ਕਰਨੀ, ਬਾਹਰੋਂ ਚੁੱਪ ਹੋ ਜਾਣਾ, ਇਹ ਮਨ ਦੀ ਮਰਜ਼ੀ ਵਿੱਚ ਹੈ। ਸਤਿਗੁਰੂ ਦੀ ਮਰਜ਼ੀ ਕੀ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੋ ਜਿੰਨਾ ਬੋਲਣਾ ਨਾਮ, ਜਿੰਨਾ ਦੇਖਣਾ ਉਨਾ ਹੀ ਨਾਮ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਸਤਿਗੁਰੂ ਦੀ ਮਹਾਨਤਾ ਨਾਮ ਦੇ ਵਿੱਚ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਹੁਣ ਬਹੁਤ ਸਾਰੇ ਲੋਕ ਕਈ ਸਾਲ ਰੋਟੀ ਨਹੀਂ ਖਾਂਦੇ, ਭੁੱਖੇ ਰਹਿੰਦੇ ਨੇ, ਜੰਗਲਾਂ ਵਿੱਚ ਬੈਠੇ ਰਹਿੰਦੇ। ਹਠ ਯੋਗ ਕਹਿੰਦੇ ਨੇ ਇਹਨੂੰ, ਕਿਉਂਕਿ ਸਿੱਧ ਲੋਕ ਵੀ ਹਠ ਯੋਗ ਹੀ ਜ਼ਿਆਦਾ ਕਰਦੇ ਸਨ। ਭੁੱਖੇ ਰਹਿਣ ਨਾਲ ਬਾਹਰੋਂ ਜਿਹੜੀ ਪਰਮੇਸ਼ਰ ਸੰਬੰਧੀ ਇੱਛਾ ਦਿਲ ਵਿੱਚ ਨਹੀਂ ਉਤਰੀ, ਪ੍ਰਾਪਤ ਨਹੀਂ ਹੁੰਦੀ। ਹੁਣ ਜਿਵੇਂ ਬਾਹਰੋਂ ਭੁੱਖਾ ਰਿਹਾ ਪਰ ਮਨ ਦੀ ਭੁੱਖ ਨਾ ਉਤਰੀ। ਜਿਵੇਂ ਲੋਕੀ ਅੱਜ ਕੱਲ੍ਹ ਵਰਤ ਰੱਖਦੇ ਨੇ, ਬਹੁਤ ਸਾਰੇ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਤਰੀਕੇ ਨੇ। ਸੋ ਮੁਸਲਮਾਨਾਂ ਵਿੱਚ ਰੋਜ਼ੇ ਰੱਖਦੇ ਨੇ 30 ਦਿਨ, ਹਿੰਦੂਆਂ ਵਿੱਚ ਕੁੱਲ ਜਿਹੜੇ ਨੇ ਵਰਤ ਇਹ ਵੀ 30 ਬਣ ਜਾਂਦੇ ਸਾਲ ਦੇ। ਪਰ ਮਹਾਰਾਜ ਕਹਿੰਦੇ ਨੇ ਇਹ ਵਰਤ ਰੱਖਣ ਦੇ ਨਾਲ ਜਦੋਂ ਸਵੇਰੇ ਵਰਤ ਰੱਖਿਆ, ਧਿਆਨ ਰੋਟੀ 'ਚ ਰਿਹਾ। ਫਿਰ ਹਿੰਦੁਸਤਾਨ ਵਿੱਚ ਜਦੋਂ ਵਰਤ ਰੱਖਦੇ ਲੋਕ, ਬਹੁਤ ਉਦੋਂ ਬਾਜ਼ਾਰ ਵਿੱਚੋਂ ਇੰਨੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਸਾਲ ਭਰ 'ਚ ਕਦੇ ਵੀ ਨਹੀਂ ਦੇਖੀਆਂ ਹੁੰਦੀਆਂ। ਲੋਕੀ ਫਰਿੱਜ ਭਰ ਲੈਂਦੇ ਕਿ ਸ਼ਾਮ ਨੂੰ ਮੈਂ ਖਾਣੀਆਂ, ਸਾਰਾ ਦਿਨ ਵਰਤ ਰੱਖਣਾ। ਸਤਿਗੁਰੂ ਕਹਿੰਦੇ ਹੁਣ ਭੁੱਖਿਆਂ ਰਹਿਣ ਨਾਲ ਅੰਦਰੋਂ ਭੁੱਖ ਨਹੀਂ ਉਤਰੀ, ਸ਼ਾਮ ਨੂੰ ਤਿੱਗਣਾ ਚੌਗਣਾ ਖਾ ਲੈਣਾ, ਫਿਰ ਉਹਦਾ ਕੀ ਫਾਇਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਗੁਰਸਿੱਖੀ ਦੀ ਰੀਤੀ ਦੇਖੀਏ, ਅਲਪਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵੈਭੋ ਹਵੈਭੋ ਤ੍ਰਿਗੁਣਾਤੀਤ। ਇਸ ਕਰਕੇ ਭੁੱਖਿਆਂ ਬੰਦਿਆਂ ਦੀ, ਤ੍ਰਿਸ਼ਨਾਲੂ ਪੁਰਸ਼ਾਂ ਦੀ ਕਦੇ ਵੀ ਤ੍ਰਿਸ਼ਨਾ ਨਹੀਂ ਉਤਰਦੀ, ਦੂਰ ਨਹੀਂ ਹੁੰਦੀ। ਭਾਵੇਂ ਉਹਨਾਂ ਨੂੰ ਜੇ ਬੰਨਾ, ਇਹ ਥੋੜਾ ਜਿਹਾ ਕੱਸ ਕੇ ਬੋਲਣਾ, ਬੰਨਾ ਵੱਟ ਨੂੰ ਕਹਿੰਦੇ ਨੇ, ਖੇਤ ਦੀ ਵੱਟ, ਜਾਂ ਬੰਨਾ ਬਨੇਰਾ ਕੋਠੇ ਦੇ ਉੱਤੇ, ਬੰਨਾ ਪੁੱਤਰ ਨੂੰ ਵੀ ਕਹਿੰਦੇ ਨੇ। ਸੋ ਪਰਮੇਸ਼ਰ ਦਿੱਤਾ ਬੰਨਾ, ਉੱਥੇ ਵੀ ਆਉਂਦਾ ਅੱਖਰ ਹੈ, ਪਰ ਇੱਥੇ ਬੰਨਣ ਦਾ ਵਾਚਕ ਹੈ, ਕੱਸ ਕੇ ਬੰਨ ਲੈਣਾ ਵੀ ਜੇ ਬੰਨਾ ਪੁਰੀਆ ਭਾਰ। ਹੁਣ ਪੁਰੀਆਂ ਜਿਹੜੀਆਂ ਨੇ ਸਾਰੀਆਂ ਹੀ ਪੁਰੀਆਂ, ਭਾਵੇਂ 9 ਖੰਡ ਤੇ ਧਰਤੀ ਦੀ ਸਾਰੀ ਪ੍ਰਾਪਰਟੀ ਉਹਨੂੰ ਦੇ ਦਿਓ, ਹੀਰੇ ਮੋਤੀ ਜਵਾਹਰਾਤ ਆਦਿਕ ਸਾਰੇ ਦੇ ਦਿਓ। ਹੁਣ ਪੁਰੀ ਇੱਥੇ ਕਿਹਾ ਇਹ ਅਦ੍ਰਿਸ਼ ਚੀਜ਼ਾਂ ਨੇ, ਵਿਸ਼ਨਪੁਰੀ, ਬ੍ਰਹਮਪੁਰੀ, ਇੰਦਰਪੁਰੀ, ਤਿੰਨਾਂ ਪੁਰੀਆਂ ਦੇ ਪਦਾਰਥਾਂ ਦਾ ਭਾਰ ਬੰਨ੍ਹ ਕੇ ਦੇ ਦਈਏ। ਅਥਵਾ ਜੇ ਧਰਤੀ ਉੱਤੇ ਇੱਕ ਇੱਕ ਪੱਤਾ ਤੋੜ ਕੇ ਜਦੋਂ 3260 ਤੋਲੇ ਹੋ ਜੇ, ਉਹਦੀ ਇੱਕ ਗੰਢ ਮਾਰ ਕੇ ਰੱਖ ਦਈਏ, ਇਦਾਂ ਦੇ 18 ਭਾਰ ਧਰਤੀ ਤੇ ਬਨਸਪਤੀ ਹੈ। ਜੇ ਸਾਰੀ ਬਨਸਪਤੀ ਦੇ ਭਾਵ ਅੰਤਰੀਵ ਅਰਥ ਹੈ ਕਿ ਜੇ ਸਾਰੀ ਧਰਤੀ ਦੀ ਮਾਇਆ ਵੀ ਦੇ ਦਈਏ ਤਾਂ ਵੀ ਉਹ ਇਨਸਾਨ ਰੱਜਦਾ ਨਹੀਂ। ਸਿਕੰਦਰ ਬਾਦਸ਼ਾਹ ਨੂੰ ਅਖੀਰ ਸਿਕੰਦਰ ਅਖੀਰ ਖਾਲੀ ਹੱਥ ਖਾਲੀ ਪੈਰ ਕਹਿਣ ਲੱਗਿਆ ਮੈਂ ਦੁਨੀਆ ਤੋਂ ਜਾ ਰਿਹਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ, ਭਾਵੇਂ ਸਾਰੇ ਪਦਾਰਥ ਬੰਨ੍ਹ ਕੇ ਦੇ ਦਈਏ। ਭੁੱਖੇ ਰਹਿਣ ਨਾਲ ਭੁੱਖ ਮਨ ਦੇ ਨਹੀਂ ਉਤਰਦੀ। ਜੇ ਸਾਰੇ ਪਦਾਰਥ ਉਹਨਾਂ ਨੂੰ ਦੇ ਵੀ ਦਈਏ ਅਤੇ ਉਹ ਤਿਆਗ ਵੀ ਉਹਦਾ ਕਰ ਦੇਣ, ਭੁੱਖਿਆਂ ਭੁੱਖ ਨਾ ਉਤਰਾ, ਗੱਲੀ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹੈ ਗੁਣੀ ਸਮਾਏ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਿਉਂਕਿ ਆਪਾਂ ਜ਼ਿਆਦਾ ਵਿਸਥਾਰ 'ਚ ਨਹੀਂ ਜਾਣਾ,
फिर भी विस्तार कुदरती हो जाता जपजी साहब की कथा का। महाराज जी कहते तृष्णा बिरले ही की बुझी है कोट जोरे लाख करोरे मन ना हो रे परा परा ही को लुझी है। जदों एक कथा का विस्तार ज्यादा हुंदा एक एक पंक्ति नाल दो दो तीन तीन साखियां आउंदियां फिर ਉਹਦੇ समझाउण नाल काफ़ी ज़्यादा होर समझ पैंदी। पर क्योंकि ये सारा कुछ पहलां ज़्यादा सुनाया जा चुकिया बार बार आपां ये गल नहीं फिर कहांगे हुण। तो सतगुरु महाराज सच्चे पातशाह कहंदे ने भुखे रहण नाल इंसान दी जदों भुख ना उतरी वो फिर सियाणपां वल चल पिया। मनुख अपनी बुद्धि की सियाणप ते माण करदा। असलीयत तो यह है कि अपनी बुद्धि नूं अते मन नूं जो पिछों लाइट पै के प्रकाश आ रहा वो है आत्मा का। असल विच बुद्धि अते मन दीआं सियाणपां नूं छड्ड के आत्मक प्रकाश विच जिउण दा सतगुरु महाराज आपां नूं तरीका दसदे ने। जिहड़ी इंसानी बुद्धि है इहदे विच फिर अगे चार हिस्से हो जाते हैं मन बुद्ध चित्त हंकार। इहदे च हंकार भी है। बुद्धि च कुदरती गल है हंकार है अते जिहड़ी आत्मक लाइट है इस तो उपर जाके उहदे ते कोई कोई वरतदा। हुण सतगुरु महाराज कहने सियाणप जिहड़ी संसार दे लोग वरतदे ने सिद्धां विच सियाणप बहुत सी दुनिया दे अंदर बहुत ज़्यादा सियाणे सियाणे होए ने। पर महाराज कहने भगत बिना बहुत डूबे सियाने सहस सियाणपा लख होए। ससा हाहा ससा मुक्ता ही है इस करके सहस कहण दा ज्यादा नहीं सहस सियाणपा। बिंदी की लोड़ उदों पैंदी है जदों देखिया अर्थ का अनर्थ हो चलिया। सियाणपा का मतलब पता ही है इस करके बहुत लोड़ पैण ते बिंदी की वरतों की जाती है। बिंदियां वालियां ने अपना जोर लाया काफ़ी इत्थे बिंदी वो इन्नियां ओवर बिंदियां हो गई कि हुण उन्हां दे वड्डे जिहड़े सारे रोंदे ने कहने बिंदियां लाउणियां इवें ही शुरू कीतियां। मेरे नाल विचार चली कोई उन्हां दा बहुत सीनियर बंदा सी बिंदियां वालियां दा कहण लग्गिया भी गल तां तुहाडी ठीक है बिंदी लाउणी नहीं चाहिदी जिथे लोड़ होवे। कहने हुण साडे जिहड़े बंदे बिंदियां लाउण वाले ट्रेंड कीते ने कहने इन्हां इन्नियां बिंदियां लातियां जिहदी लोड़ ही नहीं सी सानूं। कहने इन्ना अनर्थ हो गया हर पंक्ति गलत पढ़ी जिन्हें सोचैं सोचना होवई जे सोची लख वार ये बंदा गुणगुणा हुंदा क्यों बना दी सारी बिंदियां ला ला के। अपनियां कीतियां गलतियां दे उत्ते आप ही पछतावा करते ने। रह रास दे दोहरे कटते दसम दे हुण आप ही रोंदे ने कहंदे ये तां होंद ही मुक चली। महाराज ने तां सारे दोहरे विच पाए सी ताकि इहदी होंद बनी रहे। इस करके बहुत सारियां गलतियां दा हुण आप ही पछतावा लग जाता। सब जो पिछों चलिया सी उही रहन दिंदे फिर कोई ज़्यादा संकट नहीं सी आउणा आपां नूं। हुण उन्नी अपणियां पाईयां होईयां मुसीबतां आपां नूं ही परेशान करदियां ने। इतिहास नाल गुरबाणी नाल अर्थां नाल रहत मर्यादा नाल छेड़छाड़ करन ते आपां नूं ही तकलीफ होनी है। जो गुर कहे सोई भल मानो 1699 विच जो फैसला गुरां ने कीता उही ठीक सी। सब तो सोहना फैसला सी ਉਹਦੇ ਵਿੱਚ बुद्धि की सियाणप मनुख ने अपनी वाड़ दिती लिया। इसे करके मनुख परेशान हुंदा अपनी सियाणप दे नाल। हुण महाराज कहते परमेश्वर की प्राप्ति विच भी लोगों ने अपनियां सियाणपां वरतियां। बाहरलियां चाहे हज़ारां लखां सियाणपां होण महाराज ने तो पहली वचन करता जे 100 चंदा उगवह सूरज चढ़ै हजार इते चानण होंदियां गुर बिन घोर अंधार। आ तो थोड़ियां सियाणपां कईयां उत्थे तो ज्यादा कईयां ने। जे 100 चंदा उगवै 100 चंद्रमा जिन्ना चानण हो जाए वेदां शास्त्रां दा सियाणपां इन्नियां ज्यादा हो जाण सूरज चढ़े हजारां सूरज जिहड़े हन ज्ञानवान जिहड़े सिर्फ बुद्धि की सियाणप वाले ज्ञानवान ने वो भी हो जाण इकट्ठे धन गुरु नानक साहब तो बिना नेरा ही है। फिर भी अंदर नहीं चानण हो सकता। तां भी परमेश्वर संबंधी जिहड़ी सियाणप है ना सियाणप नाल एक भी दूजी सियाणप नहीं चलती। चाहे हज़ारां लखां सियाणपां भी होण तां भावी नाल एक सियाणप नहीं चलती होनी जिहड़ी हुंदी है। सो इस करके सतगुरु कहंदे सिद्धो सियाणपां
ਵਰਤਨ ਦੇ ਨਾਲ ਆਪਾਂ ਸਿਆਣੇ ਨਹੀਂ ਹੋ ਸਕਦੇ, ਕਿਉਂਕਿ ਸਹਿਸ ਸਿਆਣਪ ਪਵੈ ਨ ਤਾਓ। ਮਨੁੱਖ ਆਪਣੇ ਮਨ ਦੀ ਬੁੱਧੀ ਦੀ ਸਿਆਣਪ ਵਰਤਦਾ ਹੈ। ਜਦੋਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਨਾ, ਸੋ ਮਸਕੀਨ ਜੀ ਨੇ ਸਾਰੀ ਜ਼ਿੰਦਗੀ ਕਥਾ ਕੀਤੀ, ਅੰਤਮ 2 ਸਾਲਾਂ ਤੇ ਜਦੋਂ ਆਏ ਨਾ, ਫਿਰ ਕਹਿਣ ਲੱਗੇ ਸਾਰੀ ਜ਼ਿੰਦਗੀ ਐਵੇਂ ਹੀ ਗਵਾ ਲਈ। ਮੈਂ ਜਿਹੜੀਆਂ ਚੀਜ਼ਾਂ ਨੂੰ ਸਮਝਦਾ ਸੀ ਲੋਕਾਂ ਦੇ ਮਗਰ ਲੱਗ ਕੇ, ਆਪਣੀ ਬੁੱਧੀ ਕਰਕੇ ਵੀ ਹੁੰਦੀਆਂ ਨਹੀਂ, ਐ ਨਹੀਂ ਹੁੰਦਾ, ਕਹਿੰਦੇ ਹੁਣ ਸਟੇਜ ਤੇ ਮੇਰੇ ਨਾਲ ਬੈਠੇ ਹੁੰਦੇ ਨੇ। ਲੋਕਾਂ ਨੇ ਦੱਸਿਆ ਮਸਕੀਨ ਜੀ ਤੁਹਾਡੇ ਨਾਲ ਕੋਈ ਸਿੰਘ ਬੈਠੇ ਹੁੰਦੇ ਨੇ, ਇੱਕ ਇੱਧਰ ਬੈਠਾ ਹੁੰਦਾ। ਕਹਿੰਦੇ ਮੇਰੇ ਨਾਲ ਦੇ ਨੂੰ ਮੈਂ ਕਿਹਾ ਵੀ ਤੂੰ ਦੇਖੀ ਕਿਤੇ ਲੋਕ ਮੈਨੂੰ ਉਹੀ ਤਾਂ ਨਹੀਂ ਕਹਿੰਦੇ। ਕਹਿੰਦੇ ਮੇਰੇ ਨਾਲ ਦਾ ਵੀ ਕਹਿੰਦਾ ਹਾਂ ਜੀ ਤੁਹਾਡੇ ਨਾਲ ਤੇ ਸਿੰਘ ਬੈਠੇ ਹੁੰਦੇ, ਤੁਸੀਂ ਕਥਾ ਕਰਦੇ ਹੋ। ਕਹਿੰਦੇ ਇੰਨਾ ਪਛਤਾਵਾ ਹੋਇਆ ਮਨ ਨੂੰ, ਫਿਰ ਸਾਰਾ ਕੁਝ ਉਹ ਰਸਤਾ ਛੱਡ ਕੇ ਜੋ ਪਹਿਲਾਂ ਅਪਣਾਇਆ ਸੀ, ਬਾਅਦ ਵਿੱਚ ਉਹ ਰਸਤਾ ਪਕੜ ਲਿਆ ਜੋ ਸੰਤਾਂ ਵਾਲਾ ਸੀ। ਸਿਮਰਨ ਕਰਨਾ, ਭਗਤੀ ਕਰਨੀ। ਪਹਿਲਾਂ ਤਾਂ ਕਹਿੰਦੇ ਸੀ ਹੋਰ ਹੀ ਕੁਝ ਪ੍ਰਚਾਰ ਸੀ, ਅਖੀਰਲੇ 2 ਸਾਲਾਂ 'ਚ ਪ੍ਰਚਾਰ ਹੀ ਬਦਲ ਗਿਆ। ਫਿਰ ਇਸ ਕਰਕੇ ਜਿਹੜੀਆਂ ਸਹਿਸ ਸਿਆਣਪਾਂ ਹੁਣ ਲੋਕ ਕਰਦੇ ਨੇ ਪਰਮੇਸ਼ਰ ਦੀ ਪ੍ਰਾਪਤੀ ਸੰਬੰਧੀ, ਮਹਾਰਾਜ ਕਹਿੰਦੇ ਉਹ ਸਿਆਣਪਾਂ ਸਾਡੀਆਂ ਕਿਸੇ ਵੀ ਕੰਮ ਨਹੀਂ ਆਉਂਦੀਆਂ। ਕਿਉਂ? ਸਿਆਣਪ ਸਾਡੀ ਮਨਮਤ ਹੈ, ਗੁਰਮਤ ਹੈ। ਗੁਰੂ ਸਾਹਿਬ ਨੇ ਜੋ ਕਿਹਾ ਉਸੇ ਉੱਤੇ ਚੱਲਣਾ, ਹੁਕਮ ਦੇ ਵਿੱਚ ਰਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਮੰਨਣਾ। ਕਿਉਂ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰੇ ਪ੍ਰਸ਼ਨਾਂ ਦਾ ਜਿਹੜਾ ਉੱਤਰ ਹੈ ਉਹ ਬਖਸ਼ਿਸ਼ ਕੀਤਾ। ਫਿਰ ਇੱਕ ਵਾਰੀ ਅੰਤਰੀ ਭਾਵ 'ਚ ਕਹਿੰਦੇ ਨੇ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਬਾਹਰਲੀ ਪਵਿੱਤਰਤਾ ਕਰਨ ਨਾਲ ਪਵਿੱਤਰ ਰੂਪ ਹਰੀ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਜੇ ਲੱਖ ਸਰੂਪ ਵਾਲੀ ਪਵਿੱਤਰਤਾ ਧਾਰੇ ਤਾਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ। ਬਾਹਰਲੀ ਪਵਿੱਤਰਤਾ ਤੇ ਅੰਦਰਲੀ ਪਵਿੱਤਰਤਾ ਜ਼ਿਕਰ ਆਪਾਂ ਪਹਿਲਾਂ ਕਰ ਹੀ ਆਏ ਹਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਸਾਰਿਆਂ ਦੇ ਅਰਥਾਂ ਦੇ ਵਿੱਚ ਜਿੰਨਾ ਕੁਝ ਸਮਝਾਇਆ ਕਿ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਸਮਝ ਕੇ ਆਪਣੇ ਮਨ ਦੇ ਅੰਦਰ ਨਾਲ ਨਾਲ ਵਿਚਾਰ ਕਰੀ ਜਾਣੇ ਕਿ ਸਤਿਗੁਰੂ ਜੀ ਦਾ ਜਿਹੜਾ ਗੋਝ ਭੇਦ ਹੈ ਉਹ ਸਾਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਬਖਸ਼ਿਸ਼ ਕਰ ਰਹੇ ਨੇ। ਜਦੋਂ ਇਹ ਸਾਰੇ ਪ੍ਰਸ਼ਨਾਂ ਦੇ ਉੱਤਰ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੇ, ਫਿਰ ਕਿਵ ਸਚਿਆਰਾ ਹੋਈਆ। ਕਿਵ ਦੇ ਉੱਤੇ ਰੁਕਣਾ ਉਹ ਤਾਂ ਜਦੋਂ ਸੰਥਿਆ ਕਰਦੇ ਆ, ਕਿਵ ਦੇ ਉੱਤੇ ਥੋੜਾ ਜਿਹਾ ਰੁਕ ਕੇ ਕਿਵ ਸਚਿਆਰਾ ਹੋਈਆ। ਕਹਿੰਦੇ ਫਿਰ ਸੱਚੇ ਦਾ ਰੂਪ ਕਿਸ ਤਰ੍ਹਾਂ ਹੋਈਦਾ ਮਹਾਰਾਜ? ਕਿਵ ਕੂੜਾ ਟੁੱਟੈ ਪਾਲ। ਫਿਰ ਇਹ ਜਿਹੜੀ ਝੂਠੀ ਦੇਹੀ ਦੀ ਪਾਲਣ ਪੋਸ਼ਣ ਵੱਲੋਂ ਕਿਸ ਤਰ੍ਹਾਂ ਸਾਡਾ ਧਿਆਨ ਬਿਰਤੀ ਹਟੇ, ਅਥਵਾ ਜਿਹੜੀ ਅੰਦਰ ਅਵਿਦਿਆ ਦੀ ਪਾਲ ਹੈ ਨਾ, ਇੱਕ ਪਰਦਾ, ਇੱਕ ਵੱਟ ਹੈ, ਇੱਕ ਭੇਦ ਹੈ, ਉਹ ਕਿਵੇਂ ਦੂਰ ਹੋਵੇ। ਕਿਵ ਕੂੜੇ ਟੁੱਟੇ ਪਾਲ ਵਾਲੇ ਲੋਕ ਪਾਠ ਕਰਦੇ ਨੇ, ਕੂੜੇ ਟੁੱਟੇ, ਉਹ ਦਲਾਈਆਂ ਛੱਡ ਕੇ ਇੱਕ ਲਾਂ ਲਾਉਂਦੇ ਨੇ। ਪਾਲ ਲੱਲੇ ਨੂੰ ਸਿਹਾਰੀ ਵੀ ਹੈ, ਇਹਦਾ ਵੀ ਧਿਆਨ ਰੱਖਣਾ। ਇਹ ਵੀ ਸਮਝ ਲੈਣਾ ਕਿ ਗੁਰਮੁਖੀ ਅੱਖਰ ਹੈ, ਪੰਜਾਬੀ 'ਚ ਹੀ ਲਿਖਿਆ ਹੋਇਆ ਜੀ ਸਾਰਾ ਕੁਝ। ਬਹੁਤ ਲੋਕ ਕਹਿੰਦੇ ਮੈਂ ਪੜ੍ਹਿਆ ਹੋਇਆ 10, ਕੋਈ ਕਹਿੰਦਾ ਮੈਂ MA ਕੀਤੀ, ਉਹ ਅਲੱਗ ਚੀਜ਼। ਗੁਰਬਾਣੀ ਵਿਆਕਰਣ ਅਨੁਸਾਰ ਵੀ ਹੈ ਤੇ ਬਾਹਰ ਵੀ ਹੈ, ਹੋਣ ਕਰਕੇ ਸਿਹਾਰੀਆਂ ਬਿਹਾਰੀਆਂ ਦਾ, ਲਾਂ ਦਲਾਂ ਦਾ, ਔਂਕੜ ਦਲੈਂਕੜ ਦਾ ਚੰਗੀ ਤਰ੍ਹਾਂ ਗਿਆਨ ਲੈ ਲੈਣਾ ਚਾਹੀਦਾ। ਤਾਈਓ 7.5 ਘੰਟੇ ਦੀ DVD ਤਿਆਰ ਕੀਤੀ ਹੋਈ ਆਪਣੀ, ਜਿਹਦੇ ਵਿੱਚ ਆਪਾਂ ਸੰਥਿਆ ਹੀ ਕਰਾਈ ਬਲੈਕ ਬੋਰਡ ਦੇ ਉੱਤੇ ਲਿਖ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਵ ਸਚਿਆਰਾ ਹੋਈ ਹੈ, ਸਿੱਧ ਕਹਿੰਦੇ ਨੇ। ਹੁਣ ਮਹਾਰਾਜ ਜੀ ਕਿਵੇਂ ਸੱਚ ਦੀ ਪ੍ਰਾਪਤੀ ਵਾਲੇ ਹੋਈਏ? ਮਹਾਰਾਜ ਕਹਿੰਦੇ ਨੇ ਭਾਈ ਉਹ ਸਾਰੇ ਸਾਧਨ ਛੱਡ ਕੇ ਇੱਕ ਕਰਮ ਕਰ ਲਓ, ਹੁਕਮ ਰਜਾਈ ਚੱਲਣਾ। ਰਜਾਈ ਕੌਣ ਹੈ? ਰਜਾਈ ਪ੍ਰਮਾਤਮਾ ਜੋ ਰਜਾ ਦੇ ਚਲਾਉਣ ਵਾਲਾ ਹੈ, ਹੁਕਮ ਦੇ ਕਰਨ ਵਾਲਾ ਹੈ। ਪ੍ਰਮਾਤਮਾ ਦੇ ਹੁਕਮ ਅੰਦਰ ਚੱਲਣ ਕਰਕੇ ਹੀ ਸੱਚ ਰੂਪ ਹੋਈਦਾ। ਹੁਕਮ ਹੈ ਰਜਾਈ ਚੱਲਣਾ। ਵੇਦਾਂ ਸ਼ਾਸਤਰਾਂ ਦੇ ਅਸਲੀ ਸਿਧਾਂਤ ਅਨੁਸਾਰ ਜੋ ਚੱਲਣਾ ਹੈ, ਇਹੀ ਪ੍ਰਮਾਤਮਾ ਦਾ ਹੁਕਮ ਮੰਨਣਾ ਹੈ। ਕਈ ਚੀਜ਼ਾਂ ਐਸੀਆਂ ਆਉਣਗੀਆਂ ਜਿਹੜੀਆਂ ਆਪਾਂ ਕਹਾਂਗੇ ਵੀ ਅਸੀਂ ਵੇਦਾਂ ਸ਼ਾਸਤਰਾਂ ਅਨੁਸਾਰ ਕਿਉਂ ਚੱਲੀਏ। ਉਦੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨਹੀਂ ਸੀ ਹੋਈ ਹਲੇ। ਇਹ ਤਾਂ ਪਹਿਲੀ ਪੌੜੀ ਹੈ ਹਲੇ ਜਪਜੀ ਸਾਹਿਬ ਦੀ।
ਸਿੱਧਾਂ ਨੂੰ ਸਮਝਾਉਣ ਲਈ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਦੇ ਢੰਗ ਨਾਲ ਉਹਨਾਂ ਦੇ ਗ੍ਰੰਥਾਂ ਅਨੁਸਾਰ ਵੀ ਗਿਆਨ ਦੇਣਾ। ਕਿਉਂਕਿ ਜਦੋਂ ਆਪਾਂ ਦੂਜੇ ਨੂੰ ਦੂਜੇ ਦੇ ਧਰਮ ਦਾ ਗਿਆਨ ਦੇ ਰਹੇ ਹੁੰਦੇ ਆ ਤਾਂ ਆਪਾਂ ਉਹਨੂੰ ਉਹਦੇ ਅੱਖਰ ਵਰਤ ਕੇ ਗਿਆਨ ਦਿੰਦੇ ਆ। ਇਸ ਕਰਕੇ ਬਹੁਤ ਸਾਰੇ ਲੋਕ ਸਮਝਦੇ ਨੇ ਮਹਾਰਾਜ ਨੇ ਆਹ ਚੀਜ਼ ਕਿਉਂ ਲਿਖੀ। ਜਿਹੜਾ ਗੁਰਸਿੱਖਾਂ ਪ੍ਰਤੀ ਗਿਆਨ ਦਿੱਤਾ ਉਹ ਡਾਇਰੈਕਟ ਗਿਆਨ ਹੁੰਦਾ, ਜਿਵੇਂ ਕਰ ਇਸ਼ਨਾਨ ਸਿਮਰਨ ਪ੍ਰਭ ਆਪਣਾ ਜਾਂ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਵੈ। ਇਹਦੇ ਵਿੱਚ ਆਪਾਂ ਨੂੰ ਸਿੱਧਾ ਗਿਆਨ ਦਿੱਤਾ ਹੋਇਆ। ਕਈ ਚੀਜ਼ਾਂ ਐਸੀਆਂ ਜੇ ਦੂਜੇ ਦੇ ਧਰਮ ਦੇ ਅਨੁਸਾਰ ਉਹਨੂੰ ਗਿਆਨ ਦੇਣਾ ਤਾਂ ਉਹਨੂੰ ਉਸ ਧਰਮ ਦੇ ਅਨੁਸਾਰ ਦੱਸਣਾ। ਤਾਂ ਮਹਾਰਾਜ ਕਹਿੰਦੇ ਨੇ ਕਿ ਹੁਕਮ ਦੇ ਵਿੱਚ ਚੱਲਦੇ ਹੋਏ ਆਪਣੇ ਜੀਵਨ ਨੂੰ ਬਤੀਤ ਕਰਨਾ ਇਹ ਸਾਰਿਆਂ ਦੇ ਮਸਤਕ ਦੇ ਉੱਤੇ ਨਾਲ ਹੀ ਲਿਖਿਆ ਹੋਇਆ। ਹੁਕਮ ਰਜਾਈ ਚੱਲਣਾ, ਪ੍ਰਮਾਤਮਾ ਚਾਹੇ ਦੁੱਖ ਦੇਵੇ ਚਾਹੇ ਸੁੱਖ ਦੇਵੇ, ਜੀਵ ਨੂੰ ਚਾਹੀਦਾ ਉਹਦੇ ਹੁਕਮ ਦੇ ਅੰਦਰ ਰਾਜੀ ਰਹਿ ਕੇ ਪ੍ਰਸੰਨ ਹੋ ਕੇ ਚੱਲਣਾ ਕਰੇ। ਦੁੱਖਾਂ ਵਿੱਚ ਘਬਰਾਵੇ ਨਾ, ਸੁੱਖਾਂ ਵਿੱਚ ਆਕੜੇ ਨਾ। ਪ੍ਰਮਾਤਮਾ ਪਾਸੋਂ ਸਭ ਕੁਝ ਠੀਕ ਹੋ ਜਾਂਦਾ, ਫਿਰ ਸੱਚੇ ਹੋ ਜਾਈਦਾ। ਹਾਂ ਠੀਕ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨਾਨਕ ਲਿਖਿਆ ਨਾਲ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਸਿੱਧੋ ਵੇਦਾਂ ਸ਼ਾਸਤਰਾਂ ਵਿੱਚ ਜੋ ਨਾਲ ਹੈ ਨਾ ਪ੍ਰਣਾਲਿਕਾ ਲਿਖੀ ਹੋਈ ਆ, ਉਸ ਅਨੁਸਾਰ ਚੱਲ ਕੇ ਵਿਦਿਆ ਦੀ ਵੱਟ ਦੂਰ ਹੋ ਸਕਦੀ ਹੈ। ਪ੍ਰਣਾਲਿਕਾ ਉਹਨਾਂ ਨੂੰ ਦੱਸੀ, ਉਹਦੇ ਵਿੱਚ ਕੁਝ ਫਾਇਦਾ ਆਪਾਂ ਨੂੰ ਵੀ ਹੋ ਜਾਂਦਾ। ਜਿਵੇਂ ਅੰਤःਕਰਨ ਵਿੱਚ 3 ਦੋਸ਼ ਨੇ, ਮਲ, ਵਿਖੇਪ ਤੇ ਆਵਰਨ। ਮਲ ਜਿਹੜੀ ਮਲ ਅੰਦਰ ਮਨ ਨੂੰ ਲੱਗਦੀ ਹੈ। ਵਿਖੇਪ ਜਿਹੜਾ ਆਪਾਂ ਨੂੰ ਵੱਖੋ ਵੱਖਰਾ ਸਾਰਾ ਕੁਝ ਦਿਖਦਾ। ਨਾਮਦੇਵ ਭਗਤ ਜੀ ਨੂੰ ਸਾਰਾ ਕੁਝ ਇੱਕੋ ਹੀ ਦਿਖਦਾ ਸੀ। ਇਸੇ ਤਰ੍ਹਾਂ ਆਵਰਨ ਹੁੰਦਾ ਪਰਦਾ, ਮਤ ਤੇ ਪਰਦਾ ਪੈ ਗਿਆ ਫਲਾਣੇ ਦੇ। ਹੁਣ ਮਹਾਰਾਜ ਕਹਿੰਦੇ ਨਿਸ਼ਕਾਮ ਕਰਮ ਜਿਹੜੇ ਨੇ ਇਹਨਾਂ ਦੇ ਕਰਨ ਨਾਲ ਮਲ ਦੋਸ਼ ਦੂਰ ਹੁੰਦਾ। ਉਹਨਾਂ ਦੀ ਬਿਰਤੀ ਵਿੱਚ ਉਹਨਾਂ ਨੂੰ ਨਾਲ ਇਹ ਚ ਆਪਾਂ ਨੂੰ ਵੀ ਫਾਇਦਾ। ਆਪਣੇ ਨਿਸ਼ਕਾਮ ਕਰਮ ਕਿਹੜੇ ਨੇ? ਆਪਾਂ ਨੇ ਜਿਹੜਾ ਵੀ ਕਰਮ ਕਰਨਾ, ਜੇ ਬਾਣੀ ਪੜ੍ਹਨੀ ਨਿਸ਼ਕਾਮ, ਸੇਵਾ ਕਰਨੀ ਨਿਸ਼ਕਾਮ, ਕੋਈ ਦਾਨ ਕਰਨਾ ਨਿਸ਼ਕਾਮ, ਇਹਦੇ ਨਾਲ ਅੰਦਰੋਂ ਦੋਸ਼ ਦੂਰ ਹੋ ਜਾਂਦਾ ਮੈਲ ਦਾ। ਜਦੋਂ ਆਪਾਂ ਕਾਮਨਾ ਕਰਕੇ ਕੋਈ ਸੇਵਾ ਕਰਦੇ ਹਾਂ, ਕਾਮਨਾ ਕਰਕੇ ਬਾਣੀ ਪੜ੍ਹਦੇ ਹਾਂ, ਕਾਮਨਾ ਕਰਕੇ ਦਾਨ ਕਰਦੇ ਹਾਂ, ਉਹਦੇ ਨਾਲ ਉਲਟਾ ਫੇਰ ਮੈਲ ਲੱਗ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਾਮਨਾ ਕਰਕੇ ਕੋਈ ਕਰਮ ਨਾ ਕਰੋ। ਬ੍ਰਹਮ ਗਿਆਨੀ ਬਾਰੇ 10ਵੇਂ ਪਾਤਸ਼ਾਹ ਨੂੰ ਪੁੱਛਿਆ ਬ੍ਰਹਮ ਗਿਆਨ ਦੀ ਸਥਿਤੀ ਕੀ ਹੈ, ਅਵਸਥਾ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰ ਜਗ ਕੋਟਕ ਨਹੀਂ ਪੁੰਨ ਕੋ, ਹਨੈ ਵਿਪਰ ਕੇਤੇ ਨਹੀਂ ਪਾਪ ਕੋ। 10ਵੇਂ ਪਾਤਸ਼ਾਹ ਕਹਿੰਦੇ ਜੇ ਬ੍ਰਹਮ ਗਿਆਨੀ ਕਰੋੜਾਂ ਜਗ ਕਰ ਦੇਵੇ ਉਹਨੂੰ ਪੁੰਨ ਨਹੀਂ ਲੱਗਦਾ ਉਹਦਾ, ਕਿਉਂਕਿ ਉਹ ਹਉਮੈ ਸਹਿਤ ਨਹੀਂ ਕਰਦਾ। ਕਿਉਂਕਿ ਬ੍ਰਹਮ ਗਿਆਨੀ ਨਿਸ਼ਕਾਮ ਕਰਮ ਕਰਦਾ ਹੋਣ ਕਰਕੇ ਉਹਨੂੰ ਉਹਦਾ ਪੁੰਨ ਹੀ ਨਹੀਂ ਲੱਗਦਾ। ਕਿਉਂਕਿ ਪੁੰਨੀ ਪਾਪੀ ਆਖਣ ਨਾ ਇਹ ਨਾਮ ਜਪਣ ਵਾਲੇ ਦੀ ਅਵਸਥਾ। ਹਨੈ ਵਿਪਰ ਕੇਤੇ ਨਹੀਂ ਪਾਪ ਕੋ। ਭਾਵੇਂ ਉਹ ਕਹਿੰਦੇ ਹਜ਼ਾਰਾਂ ਲੱਖਾਂ ਕਰੋੜਾਂ ਵੀ ਬੰਦਿਆਂ ਨੂੰ ਮਾਰ ਦੇਵੇ ਨਾ, ਪਰਮੇਸ਼ਰ ਦੇ ਦਰ ਤੇ ਉਹ ਗੁਨਾਹਗਾਰ ਨਹੀਂ ਹੁੰਦਾ, ਕਿਉਂਕਿ ਉਹਨੇ ਉਹ ਹਉਮੈ ਵਿੱਚ ਨਹੀਂ ਕਰਮ ਕੀਤਾ। ਇਹ ਬੜੀ ਵੱਡੀ ਅਵਸਥਾ ਹੈ, ਸਧਾਰਨ ਵਿਅਕਤੀ ਦੀ ਗੱਲ ਨਹੀਂ ਚੱਲਦੀ ਹੁਣ ਇੱਥੇ। ਵਿਖੇਪ ਜਿਹੜਾ ਹੈ ਨਾ, ਉਪਾਸਨਾ ਕਰਨ ਦੇ ਨਾਲ ਵਿਖੇਪ ਦੋਸ਼ ਦੂਰ ਹੁੰਦਾ ਕਹਿੰਦੇ। ਹੁਣ ਜੇ ਆਪਾਂ ਉਪਾਸਨਾ ਕਰਦੇ ਪ੍ਰਮਾਤਮਾ ਦੀ ਕਥਾ ਕੀਰਤਨ ਸ਼ਰਵਣ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ, ਨਿਸ਼ਕਾਮ ਹੋ ਕੇ ਕਰਮ ਕਰ ਰਹੇ ਹਾਂ, ਵਿਖੇਪ ਕੀ ਹੁੰਦਾ? ਜਿਹੜਾ ਦਿਖਦਾ ਦੂਜਾ ਪੁਣਾ ਦਜੈਗੀ ਹੈ। ਇਹ ਮੇਰਾ ਹੈ, ਇਹ ਤੇਰਾ ਹੈ, ਆਪਣਾ ਹੈ, ਬਗਾਨਾ ਹੈ, ਦੋਸਤ ਹੈ, ਦੁਸ਼ਮਣ ਹੈ, ਇਹ ਬੰਦਾ ਹੈ, ਇਹ ਬਜ਼ੁਰਗ ਹੈ, ਇਹ ਬੱਚਾ ਹੈ, ਇਸਤਰੀ ਹੈ, ਪਸ਼ੂ ਹੈ, ਪੰਛੀ ਹੈ, ਦਰਖਤ ਹੈ। ਹੁਣ ਆਪਾਂ ਨੂੰ ਇਹ ਸਾਰੇ ਅਲੱਗ-ਅਲੱਗ ਦਿਖਦੇ ਨੇ। ਇਹ ਵਿਖੇਪਤਾ ਹੁੰਦੀ ਹੈ। ਉਪਾਸਨਾ ਦੁਆਰਾ ਵਿਖੇਪਤਾ दूर होके तू तू करता तू हुआ मुझ में रहा ना हूं, जब हम होते तब तू नाही, अब तू ही मैं नाही। विक्षेपता दूर होगी भगत रविदास जी की जदों। आवरण तीसरी मैल है। फिर कहते ने वैराग विवेक खट संपति मोख इच्छा सहित होके श्रवण मनन अध्यासन करके तत्वंग का शोधन करे तो ब्रह्म ज्ञान हुंदा। इसे नूं प्रणालिका कथन करते ने। ਇਹਦੇ ਕਰਨ ਨਾਲ ਅਵਿਦਿਆ ਦਾ ਪਰਦਾ ਦੂਰ ਹੋ ਜਾਂਦਾ। ਤਾਂ ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਜਿਹੜੀ ਪ੍ਰਣਾਲਿਕਾ ਗੁਰਬਾਣੀ 'ਚ ਕਥਨ ਕੀਤੀ ਹੈ
वो है चौथे पातशाह ने महला चौथा उच्चारण करके गुर सतगुर का जो सिख अखाए अपनी प्रणालिका है। ये द्वारा आपां मल बखेप आवरण नूं दूर कर सकते हैं। सो भलके उठर नाम ते आवे, उद्यम करे भलके प्रभाती, स्नान करे अमृतसर नहावै। उपदेश गुरु हर हर जप जापै, सब किल विख पाप दोख लह जावै। फिर चढ़े दिवस गुरबाणी गावै, बहनिया उठदियां हर नाम ध्यावै। जो सास गिरास ध्याए मेरा हर हर, सो गुर सिख गुरु मन भावै। जिसनों दयाल होवै मेरा स्वामी, तिस गुर सिख गुरु उपदेश सुनावै। जन नानक धूड़ मंगै तिस गुर सिख की, जो आप जपै अवरह नाम जपावै। सो जिहदा पड़दा दूर होया उहदी निगाह फिर किवें हो जाती है। महाराज कहने दवैत भाव विच नहीं रहिंदी उहदी निगाह, अनक रहत परमात्म जोई, नानक नाम कहावै सोई। क्यों दवैश तो रहत होके आपां परमात्मा की प्राप्ति कर सकते हैं। सो इस तरह सोचै सोच ना होवई तो लैके नानक लिखिया नाल तक इस पौड़ी विच 102 अखर आए ने। कुल 60 मिला के मूल मंत्र दे कुल 162 अखर होए ने हुण तक। इस तरह भी ज्ञान नाल चंगा हुंदा। ये जनरल नॉलेज हुंदी, इहदे वास्ते आम लोग कई बार पुछ लैंदे ने कि महामंत्र 33 बार जिवें आया, कई 10 भी दिंदे आप नूं गुरप्रसाद तक 522 बारी 100 सो जो उच्चारण कीता एक ओंकार सतगुर प्रसाद। एक ओंकार सतनाम गुरप्रसाद 2 बारी आया। एक ओंकार सतनाम करता पुरख गुरप्रसाद 9 बारी आया। ऐसिया चीज़ां जनरल नॉलेज याद रखनी चाहिए। 5,500 बारी हर हर अखर ही लिखिया महाराज ने। ये सारे अखरां की बख्शिश की है।